ਖੇਚ ਜੀ ਨਰਮਾ ਵਾਹ ਰਹੇ ਆ ਜੀ, ਖਰਾਬ ਹੋ ਗਿਆ ਪਾਣੀ ਕਾਰਨ, ਪਾਣੀ ਚੜ ਗਿਆ ਸੇਮ ਨਾਲੇ ਜੀ। ਹਸਪਤਾਲ ਟ੍ਰੇਨ ਦਾ ਜੀ ਖੁਦਾਈ ਹੋਈ ਨਹੀਂ ਸੀ, ਸਾਡੇ ਆ ਪਾਣੀ ਬਹੁਤ ਆ ਗਿਆ ਸੀ ਨਰਮੇ ਜੀ, ਤਾਂ ਕਰਕੇ ਨਰਮਾ ਸਾਡਾ ਸੜ ਗਿਆ ਸੀ। ਕੋਈ ਤੇਲ ਤੂਲ ਦੇ ਪੈਸੇ ਇੱਧਰੋਂ ਉੱਧਰੋਂ ਮੰਗ ਕੇ ਕੋਈ ਤੇ ਵਾਹ ਨਹੀਂ ਆਉਂਦੀ। ਸਫਾਈ ਨਹੀਂ ਕਰਵਾਈ ਜੀ, ਪਹਿਲਾਂ ਵੀ ਫੁੱਲ ਆ ਗਿਆ ਸੀ, ਦੂਜੀ ਵਾਰੀ ਫੁੱਲ ਆ ਗਿਆ, ਜਦੋਂ ਲੈਣ ਲੱਗਿਆ ਉਦੋਂ ਸਫਾਈ ਹੋਈ ਜੀ, ਮਾੜੀ ਮੋਟੀ ਕਰਕੇ ਗਏ ਇੱਕ ਸਾਈਡ ਤੋਂ ਜੀ। ਏਵਨ ਪੰਜਾਬੀ ਦੀ ਨਵੀਂ ਅਪਡੇਟ ਲਈ ਬੈਲ ਆਈਕਨ ਨੂੰ ਕਲਿੱਕ ਕਰੋ ਤੇ ਏਵਨ ਪੰਜਾਬੀ ਨੂੰ ਸਬਸਕ੍ਰਾਈਬ ਕਰੋ। ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਕਟੇੜਾ ਦੇ ਹੀ ਕਿਸਾਨ ਆਪਣੇ ਖੇਤਾਂ ਵਿੱਚ ਖੜੀ ਨਰਮੇ ਦੀ ਫਸਲ ਤੇ ਟਰੈਕਟਰ ਚਲਾਉਣ ਤੇ ਹੱਥੀ ਪੁੱਟਣ ਲਈ ਮਜਬੂਰ ਨੇ। ਕਿਸਾਨਾਂ ਦਾ ਦੋਸ਼ ਹੈ ਕਿ ਬੀਤੇ ਦਿਨੀ ਆਈ ਬਰਸਾਤ ਨਾਲ ਉਹਨਾਂ ਦੇ ਖੇਤਾਂ ਵਿੱਚ ਪਾਣੀ ਜ਼ਰੂਰ ਖੜਾ ਹੋ ਗਿਆ ਸੀ, ਪਰ ਉਹਨਾਂ ਦੇ ਖੇਤਾਂ ਦੇ ਨਾਲ ਲੱਗਦੇ ਅਸਪਾਲਾ ਸੇਮ ਨਾਲੇ ਵਿੱਚੋਂ ਓਵਰਫਲੋ ਹੋ ਕੇ ਉਹਨਾਂ ਦੇ ਖੇਤਾਂ ਵਿੱਚ ਤਬਾਹੀ ਮਚਾਉਣ ਲਈ ਪਹੁੰਚੇ ਨੇ। ਉਹਨਾਂ ਦਾ ਦੋਸ਼ ਹੈ ਕਿ ਸੇਮ ਨਾਲੇ ਦੀ ਸਫਾਈ ਸਿਰਫ ਦਿਖਾਵੇ ਵਾਲੀ ਹੋਈ ਹੈ ਅਤੇ ਇਸ ਦਾ ਸਬੂਤ ਅੱਜ ਵੀ ਸੇਮ ਨਾਲੇ ਵਿੱਚ ਉੱਗੇ ਸਰਕੰਡੇ ਝਾੜੀਆਂ ਨੂੰ ਵੇਖਿਆ ਜਾ ਸਕਦਾ ਹੈ। ਸੇਮ ਨਾਲੇ ਦੀ ਸਫਾਈ ਚੰਗੇ ਤਰੀਕੇ ਨਾਲ ਨਾ ਹੋਣ ਕਰਕੇ ਹੀ ਪਾਣੀ ਓਵਰਫਲੋ ਹੋ ਗਿਆ ਤੇ ਉਹਨਾਂ ਦੇ ਖੇਤਾਂ ਵਿੱਚ ਵੜ ਗਿਆ। ਪਾਣੀ ਨੂੰ ਖੇਤਾਂ ਵਿੱਚੋਂ ਕੱਢਣ ਦੀ ਬਹੁਤ ਕੋਸ਼ਿਸ਼ ਕੀਤੀ ਗਈ, ਪਰ ਪਾਣੀ ਨੇ ਉਹਨਾਂ ਦੀਆਂ ਫਸਲਾਂ ਨੂੰ ਬਰਬਾਦ ਕਰ ਦਿੱਤਾ। ਕਈ ਖੇਤਾਂ ਵਿੱਚ ਅੱਜ ਵੀ ਪਾਣੀ ਖੜਾ ਹੈ। ਕਿਸਾਨਾਂ ਨੇ ਦੱਸਿਆ ਕਿ ਪਿੰਡ ਦੇ ਕਰੀਬ 250 ਤੋਂ 300 ਏਕੜ ਰਕਬੇ ਵਿੱਚ ਖੜੀ ਨਰਮੇ ਦੀ ਫਸਲ ਪੂਰੀ ਤਰ੍ਹਾਂ ਬਰਬਾਦ ਹੋ ਗਈ ਹੈ। ਖੇਤਾਂ ਵਿੱਚ ਟਰੈਕਟਰ ਰਾਹੀਂ ਨਰਮੇ ਦੀ ਫਸਲ ਨੂੰ ਵਾਹ ਰਹੇ ਕਿਸਾਨ ਨਰਿੰਦਰ ਕੁਮਾਰ ਨੇ ਦੱਸਿਆ ਕਿ ਉਸਨੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਲਈ ਪੈਸੇ ਵਿਆਜ ਚੁੱਕ ਕੇ 5 ਏਕੜ ਜ਼ਮੀਨ ਠੇਕੇ ਤੇ ਲਈ ਤੇ ਨਰਮੇ ਦੀ ਫਸਲ ਦੀ ਬਿਜਾਈ ਕੀਤੀ। ਨਰਮੇ ਦੀ ਫਸਲ ਚੰਗੀ ਖੜੀ ਸੀ, ਪਰ ਬੀਤੇ ਦਿਨੀ ਹੋਈ ਬਰਸਾਤ ਤੋਂ ਬਾਅਦ ਸੇਮ ਨਾਲੇ ਦੇ ਓਵਰਫਲੋ ਹੋਏ ਪਾਣੀ ਨੇ ਉਹਨਾਂ ਦੇ ਸੁਪਨਿਆਂ ਤੇ ਅਰਮਾਨਾਂ ਤੇ ਪਾਣੀ ਫੇਰ ਦਿੱਤਾ। ਪਾਣੀ ਖੜੇ ਰਹਿਣ ਕਰਕੇ ਹੁਣ ਫਸਲ ਬਰਬਾਦ ਹੋ ਚੁੱਕੀ ਹੈ, ਇਸ ਲਈ ਉਹ ਫਸਲ ਤੇ ਟਰੈਕਟਰ ਚਲਾ ਰਿਹਾ ਹੈ। ਨਾਮ ਨਰਿੰਦਰ ਕੁਮਾਰ ਹੈ। ਅੱਛਾ, ਕਿਹੜਾ ਪਿੰਡ ਹੈ? ਕਟੇੜਾ ਜੀ। ਤੇ ਕੀ ਜਿਹੜਾ ਤੁਸੀਂ ਹੁਣ ਖੇਤ 'ਚ ਕੀ ਕਰ ਰਹੇ ਸੀਗੇ? ਜਿਹੜਾ ਖੇਚ ਜੀ ਨਰਮਾ ਵਾਹ ਰਹੇ ਆ ਜੀ, ਖਰਾਬ ਹੋ ਗਿਆ ਪਾਣੀ ਕਾਰਨ, ਪਾਣੀ ਚੜ ਗਿਆ ਸੇਮ ਨਾਲੇ ਜੀ। ਹਸਪਤਾਲ ਟ੍ਰੇਨ ਦਾ ਜੀ ਖੁਦਾਈ ਹੋਈ ਨਹੀਂ ਸੀ, ਸਾਡੇ ਆ ਪਾਣੀ ਬਹੁਤ ਆ ਗਿਆ ਸੀ ਨਰਮੇ ਜੀ, ਤਾਂ ਕਰਕੇ ਨਰਮਾ ਸਾਡਾ ਸੜ ਗਿਆ ਸੀ। ਕੋਈ ਤੇਲ ਤੂਲ ਦੇ ਪੈਸੇ ਇੱਧਰੋਂ ਉੱਧਰੋਂ ਮੰਗ ਕੇ ਕੋਈ ਤੇ ਵਾਹ ਨਹੀਂ ਆਉਂਦੀ ਇਹਨੂੰ। ਅਸੀਂ 2-4 ਕਿੱਲਿਆਂ ਦੇ ਜ਼ਮੀਂਦਾਰ ਠੇਕੇ ਲਈ ਸੀ 40,000 ਨੂੰ ਜੀ। ਤੇ ਨਾਲੇ ਕਹਿੰਦੇ ਕਿ ਸੇਮ ਨਾਲੇ ਦੀ ਜਿਹੜੀ ਸਫਾਈ ਕਰਵਾਈ, ਸਫਾਈ ਨਹੀਂ ਕਰਵਾਈ ਜੀ, ਪਹਿਲਾਂ ਵੀ ਫੁੱਲ ਆ ਗਿਆ ਸੀ, ਦੂਜੀ ਵਾਰੀ ਫੁੱਲ ਆ ਗਿਆ, ਜਦੋਂ ਲੈਣ ਲੱਗਿਆ ਉਦੋਂ ਸਫਾਈ ਹੋਈ ਜੀ, ਮਾੜੀ ਮੋਟੀ ਕਰਕੇ ਗਏ ਇੱਕ ਸਾਈਡ ਤੋਂ ਜੀ, ਕਿਸੇ ਨੇ ਨਹੀਂ ਸੰਭਾਲੀ ਜੀ। ਪਹਿਲਾਂ ਕਿਸ ਤਰ੍ਹਾਂ ਦਾ ਨੁਕਸਾਨ ਜਿਹੜਾ ਨਰਮੇ ਨੂੰ ਹੋਇਆ, ਜਿਹੜਾ ਕੀ ਹੋਇਆ ਕੀ ਹੈ? ਮਤਲਬ ਨਰਮਾ ਜੀ ਪਾਣੀ ਕਾਰਨ ਸੜ ਗਿਆ ਜੀ, ਪਾਣੀ ਵਿੱਚ ਖੜਾ ਰਿਹਾ 10 ਦਿਨ, ਉਹ ਸੜ ਗਿਆ। ਫਿਰ ਹੁਣ ਇਲਾਜ ਹੀ ਨਹੀਂ, ਸੰਭਾਲ ਤਾਂ ਹੁੰਦੀ ਨਹੀਂ, ਇਹ ਨਹੀਂ ਹੋ ਸਕਦਾ ਨਰਮਾ ਜੀ ਵਾਹ ਕੇ ਕੋਈ ਹੋਰ ਬੀਜਾਂ ਕੁਛ ਪੱਟੇ ਪੁੱਟੇ। ਕਿੰਨੇ ਏਕੜ ਜਿਹੜਾ ਵਾਹ ਤਾ? ਸਾਡੇ ਪਿੰਡ 'ਚ 200-250 ਏਕੜ ਹੈ ਜੀ ਵਾਹਣਾ, ਸਾਰੇ ਵਾਹਣਗੇ ਜੀ, 72 ਆਉਂਦੇ ਜਿਵੇਂ ਜਿਵੇਂ ਵਾਹੀ ਜਾਣਗੇ ਜੀ। ਕੋਈ ਆਇਆ ਨਹੀਂ ਕੋਈ ਖੇਤੀਬਾੜੀ ਦਾ ਜਾਂ ਪ੍ਰਸ਼ਾਸਨ? ਕੋਈ ਨਹੀਂ ਆਇਆ ਜੀ ਪ੍ਰਸ਼ਾਸਨ ਦਾ ਇੱਥੇ ਬੰਦਾ ਜੀ, ਕਿਸੇ ਨੇ ਨਹੀਂ ਸੁਣੀ ਸਾਡੀ। ਕਿ ਕਿਸ ਤਰ੍ਹਾਂ ਹੋਊਗੀ ਜਿਹੜੀ ਕੋਈ ਫਸਲ ਜਾਂ ਜਿਹੜਾ ਹੁਣ ਤੁਸੀਂ ਸੋਚਿਆ ਸੀ ਕਿ ਸੋਚਿਆ ਪ੍ਰਸ਼ਾਸਨ ਕਰੇਗੀ ਜੋ ਕੁਝ ਕਰੇਗੀ, ਹੁਣ ਅਸੀਂ ਕੀ ਕਰ ਸਕਦੇ ਹਾਂ? ਅਸੀਂ ਤਾਂ ਸਾਨੂੰ ਤਾਂ ਮੁਆਵਜ਼ਾ ਦਿੱਤਾ ਜਾਵੇ ਨਾ, ਜਿਹੜਾ ਨੁਕਸਾਨ ਹੋਇਆ 40-40 ਠੇਕੇ ਲਈ 10,000 ਉੱਤੇ ਲੱਗੇ। ਪਿੰਡ ਦੇ ਹੀ ਵਾਸੀ ਅਤੇ ਨੌਜਵਾਨ ਕਿਸਾਨ ਭਰਤ ਕੁਮਾਰ ਨੇ ਦੱਸਿਆ ਕਿ ਅਸਪਾਲਾ ਡਰੇਨ ਦੇ ਓਵਰਫਲੋ ਹੋਣ ਤੋਂ ਬਾਅਦ ਪਾਣੀ ਨੇ ਉਹਨਾਂ ਦੇ ਖੇਤਾਂ ਵੱਲ ਨੂੰ ਰੁਕ ਕੀਤਾ ਤੇ ਕਰੀਬ 10 ਦਿਨ ਤੱਕ ਪਾਣੀ ਖੜਾ ਰਿਹਾ, ਪਰ ਸੰਬੰਧਿਤ ਮਹਿਕਮੇ ਤੱਕ ਸੂਚਨਾ ਦੇਣ ਦੇ ਬਾਵਜੂਦ ਉਹਨਾਂ ਨੇ ਕੋਈ ਗੌਰ ਨਹੀਂ ਕੀਤੀ ਤੇ ਫਸਲ ਬਰਬਾਦ ਹੋ ਗਈ ਹੈ। ਹਾਲਾਤ ਕਿਸਾਨ ਦੇ ਅਜਿਹੇ ਨੇ ਕਿ ਸਿਰਫ ਖੁਦਕੁਸ਼ੀ ਹੀ ਇੱਕ ਰਸਤਾ ਨਜ਼ਰ ਆਉਂਦਾ ਹੈ। ਇਹ ਜੀ ਸਾਡੇ ਏਰੀਏ 'ਚ ਲਗਭਗ 250 ਤੋਂ ਲੈ ਕੇ 300 ਏਕੜ ਫਸਲ ਪਾਣੀ ਅਸਪਾਲਾ ਡਰੇਨ ਦਾ ਬਾਹਰ ਆ ਗਿਆ ਤੇ ਪਾਣੀ ਅੰਦਰ 10 ਦਿਨ ਖੜਾ ਰਿਹਾ ਹੈ। ਇੱਥੇ ਕਿਸੇ ਸਾਡੇ ਨਾ ਇੱਥੇ ਪਟਵਾਰੀ ਆਇਆ ਨਾ SDM ਆਇਆ, ਇੱਥੇ ਸਾਡੇ ਲੋਕਾਂ ਦਾ ਬੁਰਾ ਹਾਲ ਹੋਇਆ ਪਿਆ ਹੈ। ਹੁਣ ਲੋਕੀ ਤੁਸੀਂ ਵੇਖਿਆ ਹੀ ਹੈ, ਹੁਣ ਇਹ ਫਸਲ ਵਾਹ ਰਿਹਾ ਹੈ। ਸਾਨੂੰ ਇਹੀ ਹੈ ਮੰਗ ਵੀ ਜ਼ਿਆਦਾ ਤੋਂ ਜ਼ਿਆਦਾ ਮੁਆਵਜ਼ਾ ਦਿੱਤਾ ਜਾਵੇ। ਤੇ ਫਿਰ ਕੀ ਕਰੋਗੇ ਜਿੱਥੇ ਤੁਸੀਂ ਦੁਬਾਰਾ ਹੁਣ ਜਿਹੜਾ ਨਰਮਾ ਵਾਹ ਰਹੇ ਹੋ, ਉੱਥੇ ਕੀ ਫਸਲ ਹੋ ਸਕਦੀ ਹੈ ਜਾਂ ਖਾਲੀ ਛੱਡੋਗੇ ਜਿਹੜੇ ਜ਼ਮੀਨਾਂ? ਇੱਥੇ ਜੀ ਆ ਬਸ ਆਤਮ ਹੱਤਿਆ ਵਾਲੀ ਗੱਲ ਹੈ ਜੀ। ਇੱਥੇ ਹੁਣ ਦੁਬਾਰਾ ਕਿਸੇ ਤੋਂ ਪੈਸੇ ਚੱਕ ਕੇ ਫਿਰ ਲਾਵਾਂਗੇ, ਫਿਰ ਉਹ ਜੇ ਹੋਈ ਫਸਲ ਤਾਂ ਠੀਕ ਹੈ, ਨਹੀਂ ਤਾਂ ਫਿਰ ਕਿਸਾਨ ਆਤਮ ਹੱਤਿਆ ਹੀ ਕਰੂਗਾ। 8 ਏਕੜ ਜ਼ਮੀਨ ਠੇਕੇ ਤੇ ਲੈ ਕੇ ਉਸ ਵਿੱਚ ਨਰਮੇ ਦੀ ਬਿਜਾਈ ਕਰ ਚੁੱਕੇ ਕਿਸਾਨ ਜਸਰਾਮ ਨੇ ਕਿਹਾ ਕਿ ਨਰਮਾ ਸਾਰਾ ਬਰਬਾਦ ਹੋ ਗਿਆ ਹੈ। ਹੁਣ ਸਾਨੂੰ ਖੁਦ ਸਮਝ ਨਹੀਂ ਆ ਰਿਹਾ ਕਿ ਹੁਣ ਕੀ ਕਰੀਏ। ਪੈਸੇ ਵਿਆਜ ਤੇ ਚੁੱਕ ਕੇ ਜ਼ਮੀਨ ਠੇਕੇ ਤੇ ਲਈ ਤੇ ਬਿਜਾਈ ਕੀਤੀ, ਪਰ ਹੁਣ ਸਭ ਤਬਾਹ ਹੋ ਗਿਆ ਹੈ। ਹੁਣ ਤਾਂ ਸਿਰਫ ਰੋਣ ਤੋਂ ਸਿਵਾਏ ਹੋਰ ਕੋਈ ਚਾਰਾ ਨਹੀਂ ਹੈ। मेरे ठेके लिए 8 किलो जमीन से 10 सब्जी हैगी कटेड़े दी से सारा नंबर खत्म हो गया। हूँ कितने जाइए कि कारण की नरमे खत्म हो नंबर पानी आ गया सीगा, सेमला खुदाई हुई नहीं सी, पहली बार आया सीगा तो नहीं हुई, दूसरी बार फिर लेने लग गया पानी ता आया सीगा
ਤੇ ਹੁਣ ਕੀ ਕਰੀਏ, ਨਮਾ ਸੜ ਗਿਆ ਸਾਰਾ ਹੀ, ਹੁਣ ਕਿੱਥੇ ਜਾਈਏ। ਮੈਂ ਤਾਂ ਠੇਕੇ ਲਈ ਜ਼ਮੀਨ, ਹੋਰ ਕੋਈ ਕਾਰ ਹੈਗਾ ਨਹੀਂ ਕੰਮ ਦਾ। ਪੈਸਾ ਲਿਆ ਸੀਗਾ, ਵਿਆਜ ਤੇ ਚੱਕਿਆ ਸੀ ਕਿਸ ਤੋਂ? ਵਿਆਜ ਤੇ ਚੱਕੇ ਸੀ ਪੈਸੇ, ਵਿਆਜ ਤੇ ਚੱਕੇ ਠੇਕੇ ਲਈ ਸੀਗੇ, ਉਹ ਕਰਜ਼ਾ ਹੋ ਗਿਆ। ਹੋਰ ਉਹ ਨਵੇਂ ਵਾਲਾ 15,000 ਰੁਪਏ ਦੇ ਕਿੱਲੇ ਦੇ ਬੀਜ ਲੈਂਦਾ ਸੀਗਾ, ਉਹ ਵੀ ਲਾ ਗਿਆ। ਤੇ ਹਲਵਾ ਕੀਤੀ ਸੀਗੀ, ਖਾਦ ਪਾਈ ਸੀਗੀ, ਸਾਰੂ ਕੀਆ, ਸਾਰੇ ਕੁਝ ਹੋ ਗਿਆ। ਤੇ ਫਿਰ ਹੁਣ ਕੀ ਕਰੋਗੇ? ਹੁਣ ਕੀ ਕਰਨਾ ਹੈ, ਹੁਣ ਕਰਨਾ ਹੈ ਰੋ ਕੇ ਟਾਈਮ ਪਾਸ ਕਰ ਲੈਂਗੇ। ਕੀ ਕਰੀਏ, ਕਹਿਣਾ ਤਾਂ ਨਹੀਂ ਬਈ ਸਾਨੂੰ ਮੁਆਵਜ਼ਾ ਦਿਓ। ਸਰਕਾਰ ਦਿੰਦੀ ਨਹੀਂ ਮੁਆਵਜ਼ਾ, ਜਾਂ ਕੋਈ ਆਇਆ ਨਹੀਂ ਕੋਈ ਪ੍ਰਸ਼ਾਸਨ ਦਾ ਬੰਦਾ? ਨਾ ਜੀ, ਆਪਣਾ ਕੋਈ ਬੰਦਾ ਨਹੀਂ ਹੈ, ਤੁਸੀਂ ਕੋਈ ਕਰ ਦਿਓ ਤਾਂ ਕਰ ਦਿਓਗੇ। ਇਸ ਬਾਰੇ ਖੇਤੀਬਾੜੀ ਮਹਿਕਮੇ ਦੇ ਏਡੀਓ ਰਜਿੰਦਰ ਕੁਮਾਰ ਵੀ ਮੰਨਦੇ ਨੇ ਕਿ ਇਲਾਕੇ ਵਿੱਚ ਨਰਮੇ ਦੀ ਫਸਲ ਬਰਬਾਦੀ ਵਿੱਚ ਵੱਡਾ ਹੱਥ ਸੇਮ ਨਾਲਿਆਂ ਦਾ ਹੈ, ਜਿਸ ਵਿੱਚੋਂ ਪਾਣੀ ਓਵਰਫਲੋ ਹੋ ਕੇ ਖੇਤਾਂ ਵਿੱਚ ਵੜ ਗਿਆ। ਉਹਨਾਂ ਨੇ ਕਿਹਾ ਕਿ ਨੁਕਸਾਨ ਉਹਨਾਂ ਪਿੰਡਾਂ ਦੇ ਇਲਾਕਿਆਂ ਵਿੱਚ ਹੋਇਆ ਹੈ ਜਿੱਥੇ ਸੇਮ ਨਾਲਾ ਨਾਲ ਲੱਗਦਾ ਹੈ ਜਾਂ ਫਿਰ ਇਲਾਕਾ ਸੇਮ ਦਾ ਹੈ। ਉਹਨਾਂ ਨੇ ਕਿਹਾ ਕਿ ਨਰਮੇ ਦੀ ਫਸਲ ਜ਼ਿਆਦਾ ਪਾਣੀ ਨੂੰ ਸਹਿਣ ਨਹੀਂ ਕਰ ਸਕਦੀ ਤੇ ਫਸਲ ਜਿੱਥੇ ਖਰਾਬ ਹੋਈ ਹੈ ਉੱਥੇ ਪਾਣੀ ਜ਼ਿਆਦਾ ਦੇਰ ਖੜਾ ਰਿਹਾ ਅਤੇ ਸੇਮ ਦੀ ਮਾਰ ਵੀ ਰਹੀ ਹੈ। ਸਰ, ਜੇਕਰ ਆਪਾਂ ਗੱਲ ਕਰਦੇ ਹਾਂ ਬਲਾਕ ਖੂਹੀਆਂ ਸਰਵਰ ਦੀ, ਤੇ ਇੱਥੇ ਕੁਝ ਕੁ ਪਿੰਡ ਜਿੱਥੇ ਹੈਗੀ ਹੈ ਜਿੱਥੇ ਕਿ ਮਤਲਬ ਸੇਮ ਦੀ ਪਹਿਲਾਂ ਹੀ ਮਾਰ ਹੈਗੀ ਹੈ, ਜਾਂ ਸੇਮ ਨਾਲ ਦੀ ਜਾ ਰਿਹਾ, ਤੇ ਉੱਥੇ ਜਿੱਥੇ ਸਫਾਈ ਨਹੀਂ ਹੋਈ ਹੈ ਉੱਥੇ ਓਵਰਫਲੋ ਹੋਇਆ ਹੈ। ਇਹਨਾਂ ਕਰਕੇ ਨਰਮੇ ਦੀ ਫਸਲ ਨੂੰ ਥੋੜਾ ਨੁਕਸਾਨ ਹੈ, ਕਿਉਂਕਿ ਨਰਮਾ ਜਿਹੜਾ ਹੈ ਉਹ ਜ਼ਿਆਦਾ ਪਾਣੀ ਜਿਹੜਾ ਸਹਿਣ ਨਹੀਂ ਕਰ ਸਕਦਾ। ਜੇ ਲੰਬੇ ਟਾਈਮ ਉੱਥੇ ਪਾਣੀ ਖੜ ਜਾਂਦਾ ਹੈ ਨਰਮੇ ਦੀ ਫਸਲ ਦੇ ਵਿੱਚ, 24 ਘੰਟੇ ਤੋਂ ਵੱਧ ਜੇ ਨਰਮੇ ਦੀ ਫਸਲ ਵਿੱਚ ਪਾਣੀ ਖੜ ਗਿਆ ਤਾਂ ਉੱਥੇ ਨੁਕਸਾਨ ਹੋਣਾ ਹੀ ਹੋਣਾ ਹੈ। ਬਾਕੀ ਜਿੱਥੇ ਪਾਣੀ ਜੀਰ ਜਾਂਦਾ ਹੈ ਜਾਂ ਜਿੱਥੇ ਮਤਲਬ ਵੀ ਹਲਵਾ ਹੋ ਚੁੱਕੀ ਹੈ, ਸੁੱਕੀ ਥਾਂ ਸੀ, ਉੱਥੇ ਪਾਣੀ ਜੀਰ ਗਿਆ, ਉੱਥੇ ਨੁਕਸਾਨ ਹੈ ਨਹੀਂ। ਖਾਸ ਕਰਕੇ ਨੁਕਸਾਨ ਹੈ ਜਿੱਥੇ ਸੇਮ ਦੇ ਪਿੰਡ 'ਚ, ਜਿਵੇਂ ਕਿ ਕੂਈ ਖੇੜਾ ਹੈ, ਆਪਣੇ ਸ਼ਹੀਦਾਂ ਵਾਲੀ ਹੈ, ਆਲਮਗੜ੍ਹ ਹੈ, ਇਹਨਾਂ ਜਾਂ ਕੁਝ ਕੁ ਰਕਬਾ ਜਿਹੜਾ ਕਿ ਸੇਮ ਨਾਲੇ ਦੇ ਨਾਲ ਹੈਗਾ ਕਟੇੜੇ ਤੇ ਕੱਲੂ ਦਾ, ਉੱਥੇ ਜਿਹੜਾ ਹੈ ਸੇਮ ਨਾਲਾ ਕੁਝ ਓਵਰਫਲੋ ਹੋਇਆ ਹੈ ਜਾਂ ਸਫਾਈ ਨਾ ਹੋਣ ਕਰਕੇ ਕੁਝ ਪਾਣੀ ਸੀਪੇਜ ਹੋਇਆ ਉੱਥੇ ਸੇਮ ਨਾਲੇ ਦਾ ਪਾਣੀ। ਤੇ ਉੱਥੇ ਕੁਝ ਬਾਰਿਸ਼ ਜਿਹੜੀ ਸੀਗੀ 12 ਤਰੀਕ ਨੂੰ ਬਹੁਤ ਭਾਰੀ ਮੀਂਹ ਪਿਆ ਸੀਗਾ, ਉਹ ਇਕੱਠਾ ਮੀਂਹ ਪੈ ਗਿਆ ਤੇ ਉਹ ਪਾਣੀ ਜਿਹੜਾ ਉਹ ਵੀ ਕਾਫੀ ਮਾਤਰਾ 'ਚ ਖੜ ਗਿਆ ਸੀ ਤੇ ਉਸ ਦੇ ਨਾਲ ਜਿਹੜੀ ਹੈ ਉਹ ਸੇਮ ਨਾਲੇ ਦੀ ਜਾਂ ਸੇਮ ਦੀ ਜਿਹੜੀ ਹੈ ਉਹ ਇਕੱਠੀ ਉਹਦੇ ਵਿੱਚ ਮਾਰ ਪੈ ਗਈ। ਇਸ ਕਰਕੇ ਜਿਹੜੀ ਨਰਮੇ ਦੀ ਫਸਲ ਹੈ ਉਹਨੂੰ ਕੁਝ ਨੁਕਸਾਨ ਹੋਇਆ ਹੈ। ਕੁਝ ਏਰੀਏ 'ਚ ਜ਼ਿਆਦਾ ਹੈ, ਜਿਵੇਂ ਕਿ ਖੂਈ ਖੇੜਾ ਦਾ ਏਰੀਆ ਹੈ, ਉੱਥੇ ਸੇਮ ਦਾ ਪਹਿਲਾਂ ਹੀ ਕਾਫੀ ਪ੍ਰਭਾਵਿਤ ਰਕਬਾ ਹੈ ਤੇ ਉਸ ਤੋਂ ਬਾਅਦ ਮੀਂਹ ਪੈ ਗਿਆ ਤੇ ਉਸ ਤੋਂ ਬਾਅਦ ਜਿਹੜਾ ਸੇਮ ਨਾਲ ਹੈ ਉਸ ਕਰਕੇ ਵੀ ਕੁਝ ਪਾਣੀ ਸੀਪੇਜ ਹੋ ਕੇ ਉੱਥੇ ਨੁਕਸਾਨ ਹੋਇਆ ਹੈ। ਪਿੰਡ ਕਟੇੜਾ ਵਿੱਚ ਵੀ ਜਿਸ ਤਰ੍ਹਾਂ ਕਾਫੀ ਜਿਹੜਾ ਰਕਬਾ ਜਿਹੜਾ 200-250 ਏਕੜ ਜਿਹੜਾ ਦੱਸਿਆ ਜਾ ਰਿਹਾ, ਹਾਂਜੀ, ਉਹ ਸੇਮ ਨਾਲੇ ਕਰਕੇ ਜਿਹੜਾ ਜੀ ਉਹ ਕਿਉਂਕਿ ਉਹ ਰਕਬਾ ਜਿਹੜਾ ਉਹ ਸੇਮ ਨਾਲੇ ਦੇ ਬਿਲਕੁਲ ਨਾਲ ਚੱਲ ਕੇ ਰਕਬਾ ਹੈ, ਉੱਥੇ ਜ਼ਿਆਦਾਤਰ ਬਿਜਾਈ ਜਿਹੜੀ ਹੈ ਉਹ ਨਰਮੇ ਦੀ ਹੈ ਤੇ ਕੁਝ ਕੁ ਰਕਬਾ ਜਿਹੜਾ ਮੱਕੀ ਦਾ ਵੀ ਹੈਗਾ। ਮੱਕੀ ਦਾ ਕੋਈ 15-20 ਕਿੱਲੇ ਜਿਹੜੇ ਹੈ ਮੱਕੀ ਦੇ ਵਿੱਚ ਵੀ ਕੁਝ ਨੁਕਸਾਨ ਹੋਇਆ ਹੈ। ਬਾਕੀ ਲਗਭਗ 150 ਏਕੜ ਦੀ ਜਿਹੜੀ ਅੰਦਾਜ਼ਾ ਹੈ ਕਿ ਨਰਮੇ ਦਾ ਜਿਹੜਾ ਹੈ ਉਹ ਨੁਕਸਾਨ, ਕਿਉਂਕਿ ਪਾਣੀ ਖੜੇ ਦੇ ਵਿੱਚ ਤਾਂ ਇੰਨਾ ਆਪਾਂ ਨੁਕਸਾਨ ਦਾ ਅੰਦਾਜ਼ਾ ਨਹੀਂ ਲਾ ਸਕਦੇ। ਉਹ ਲੈਟਰ ਸਟੇਜ ਤੇ ਉਹਦਾ ਪਤਾ ਲੱਗੇਗਾ ਵੀ ਕਿੰਨਾ ਕੁ ਉਹਨੂੰ ਨੁਕਸਾਨ ਹੋਇਆ, ਕਿੰਨਾ ਕੁ ਉਹਦੇ 'ਚ ਮੱਚਿਆ ਹੈ, ਕਿਉਂਕਿ ਕਾਫੀ ਏਰੀਏ 'ਚ ਕੁਝ ਪਾਣੀ ਸੁੱਕਿਆ ਵੀ ਹੈ, ਲੇਕਿਨ ਸੁੱਕਣ ਦੇ ਬਾਵਜੂਦ ਵੀ ਕਿਉਂਕਿ ਉੱਥੇ ਪਾਣੀ ਲੰਬਾ ਸਮਾਂ ਖੜਾ ਰਿਹਾ ਹੈ ਤਾਂ ਕਰਕੇ ਫਸਲ ਨੂੰ ਨੁਕਸਾਨ ਹੋਣਾ ਲੱਗਦਾ ਹੈ ਵੀ ਸੰਭਾਵਨਾ ਪੂਰੀ ਹੋ ਚ ਖਦਸ਼ਾ ਹੈ। ਸੇਮ ਨਾਲੇ ਦੇ ਨਾਲ ਸਫਾਈ ਕਰਵਾਈ ਗਈ ਸੀਗੀ ਜਿਸ ਤਰ੍ਹਾਂ ਕਿਹਾ ਸੀ ਜੀ। ਹੁਣ ਜਿਵੇਂ ਕਿ ਪਿੰਡ ਵਾਸੀ ਜਿਹਨਾਂ ਦੇ ਉਹਨਾਂ ਦੀ ਹੈ ਗੱਲ, ਜਿਵੇਂ ਕਿ ਪਿੰਡ ਵਾਲੇ ਕਹਿ ਰਹੇ ਨੇ ਵੀ ਅਸੀਂ ਬਾਰ-ਬਾਰ ਉੱਥੇ ਦਰਖਾਸਤ ਦਿੱਤੀ ਵੀ ਇਹਨੂੰ ਸਫਾਈ ਕਰਵਾਈ ਜਾਵੇ ਤੇ ਇਹਦੀ ਜਿਹੜੀ ਸੰਭਾਲ ਕੀਤੀ ਜਾਵੇ। ਉਹ ਕਹਿ ਰਹੇ ਵੀ ਜਿਹੜੀ ਜਿੰਨੀ ਸਫਾਈ ਹੋਣੀ ਚਾਹੀਦੀ ਹੈ, ਜਿੰਨਾ ਪਾਣੀ ਆ ਰਿਹਾ ਪਿੱਛੋਂ ਉਸ ਹਿਸਾਬ ਨਾਲ ਮਤਲਬ ਵੀ ਸੇਮ ਨਾਲੇ ਤੋਂ ਨੁਕਸਾਨ ਹੋ ਰਿਹਾ ਸਾਨੂੰ। ਕੀ ਇਹਨਾਂ ਦੇ ਕੋਈ ਸਪੈਸ਼ਲ ਕੋਈ ਮੁਆਵਜ਼ੇ ਵਾਸਤੇ ਵੀ ਜਿਹੜਾ ਚੱਲ ਰਿਹਾ? ਨਹੀਂ ਸਰ, ਅਜੇ ਤੱਕ ਤਾਂ ਕੁਝ ਨਹੀਂ। ਉਹ ਤਾਂ ਪ੍ਰਸ਼ਾਸਨ ਜੇ ਚਾਹੂਗਾ, ਜੇ ਪ੍ਰਸ਼ਾਸਨ ਨੇ ਜੇ ਕੋਈ ਹਦਾਇਤ ਕੀਤੀ ਜਾਂ ਕੁਝ ਇੰਸਟਰਕਸ਼ਨ ਆਏ ਤਾਂ ਉਹਦਾ ਹੋ ਸਕਦਾ ਵੀ ਕੁਝ ਨੁਕਸਾਨ ਦਾ ਉਹਦਾ, ਕਿਉਂਕਿ ਨੁਕਸਾਨ ਦਾ ਲੈਟਰ ਸਟੇਜ ਤੇ ਪਤਾ ਲੱਗੇਗਾ ਕਿੰਨਾ ਕੁ ਨੁਕਸਾਨ ਹੋਇਆ, ਤਾਂ ਉਸ ਹਿਸਾਬ ਨਾਲ ਜੇਕਰ ਸਰਕਾਰ ਕੁਝ ਕਹਿੰਦੀ ਹੈ ਜਾਂ ਪ੍ਰਸ਼ਾਸਨ ਵੱਲੋਂ ਕੋਈ ਹਦਾਇਤ ਆਉਂਦੀ ਹੈ ਤਾਂ ਉਹਦਾ ਹੋ। Now, Even Punjabi launch a newspaper, The Power of Words. Now you check out all our daily updates on our website www.evenpunjabi.com and all updates on our social networks, Facebook, Twitter, Instagram and YouTube. Thank you. ਮੈਂ ਆਪਣੇ ਇਹ ਮੋਢਿਆਂ ਤੇ ਗੋਡਿਆਂ ਤੋਂ ਬਹੁਤ ਦੁਖੀ ਸੀ। ਮੇਰੇ ਲਈ ਤਾਂ ਤੁਰਨਾ ਫਿਰਨਾ ਵੀ ਇੰਨਾ ਔਖਾ ਹੋਇਆ ਸੀ ਮੈਂ ਦੱਸ ਵੀ ਨਹੀਂ ਸਕਦਾ। ਪਰ ਜਦ ਤੋਂ ਮੈਨੂੰ ਫੀ ਰਿਲੀਫ ਮਿਲਿਆ 2.5-3 ਮਹੀਨੇ ਇਸਤੇਮਾਲ ਕਰਨ ਤੋਂ ਬਾਅਦ ਗੋਡੇ ਵੀ ਓਕੇ, ਮੋਢੇ ਵੀ ਓਕੇ। ਜੀ ਤੁਸੀਂ ਵੀ ਕਿਸੇ ਇਸ ਤਰ੍ਹਾਂ ਦੀ ਬਿਮਾਰੀ ਤੋਂ ਪਰੇਸ਼ਾਨ ਹੋ तो बेझिझक होकर इसको इस्तेमाल करो। सिर्फ 2.5-3 महीने ये 125 बीमारियां तक का इलाज कर सकता है। फी रिलीफ हमेशा याद रखो बस।
ਕੁਛ ਦਿਨਾਂ ਤੋਂ ਮੈਨੂੰ ਵਾਲਾਂ ਦੀ ਬੜੀ ਸਮੱਸਿਆ ਸੀ। ਮੇਰੇ ਵਾਲ ਝੜਨੇ ਸ਼ੁਰੂ ਹੋ ਗਏ ਸੀ। ਮੈਨੂੰ ਮੇਰੇ ਦੋਸਤ ਨੇ ਆਇਲ ਫੀ ਰਿਲੀਫ ਵਾਲੇ ਦੱਸਿਆ। ਮੈਂ ਇਹ ਤੇਲ 3 ਕੁ ਮਹੀਨੇ ਲਾਣਾ ਆਪਣੇ ਸਿਰ ਤੇ ਅਪਲਾਈ ਕੀਤਾ। ਇਹ ਬਿਲਕੁਲ ਆਯੁਰਵੈਦਿਕ ਤੇਲ ਹੈ, ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ। ਅਤੇ ਮੇਰੇ ਵਾਲ ਜਿਹੜੇ ਗੰਜਪਣ ਪੈਣਾ ਸ਼ੁਰੂ ਹੋ ਗਿਆ ਸੀ ਉਹ ਦੁਬਾਰਾ ਆਉਣ ਲੱਗ ਗਏ। ਅਤੇ ਮੈਨੂੰ ਤਾਂ ਬੜਾ ਫਾਇਦਾ ਦਿੱਤਾ ਇਸ ਨੇ। ਜੇ ਤੁਹਾਨੂੰ ਵੀ ਕਿਸੇ ਇਸ ਤਰ੍ਹਾਂ ਦੀ ਪ੍ਰੋਬਲਮ ਦਾ ਤੁਸੀਂ ਸਾਹਮਣਾ ਕਰ ਰਹੇ ਹੋ ਤਾਂ ਇਹ ਤੇਲ ਲਾਣਾ ਨਾ ਭੁੱਲੋ। ਕਿਤੇ ਨਾ ਕਿਤੇ ਅਸੀਂ ਆਪਣੇ ਬਾਲਾਂ ਕਰਕੇ ਸ਼ਰਮ ਫੀਲ ਕਰਦੇ ਹਾਂ, ਕਿਤੇ ਸੋਸਾਇਟੀ 'ਚ ਬੈਠੇ ਹਾਂ ਕਿ ਕੋਈ ਮਜ਼ਾਕ ਨਾ ਕਰ ਰਿਹਾ ਹੋਏ, ਪਰ ਥੈਂਕਸ ਟੂ ਫ੍ਰੀ ਲੀਫ ਜਿਹਨੇ ਮੇਰਾ ਇਹ ਕੌਨਫੀਡੈਂਸ ਬਿਲਡ ਕੀਤਾ, ਜਿਹਦੇ ਲਗਾਉਣ ਨਾਲ ਮੈਂ ਮਾਰਕੀਟ 'ਚ ਹੁਣ ਬੜਾ ਹੀ ਕੌਨਫੀਡੈਂਟ ਹਾਂ ਔਰ ਇਹਦੇ ਨਾਲ ਮੈਨੂੰ ਬੜਾ ਫਾਇਦਾ ਹੋਇਆ। ਅਤੇ ਮੈਨੂੰ ਸਰਵਾਈਕਲ ਦੀ ਵੀ ਦਿੱਕਤ ਸੀ ਅਤੇ ਉਹਦੇ ਨਾਲ ਵੀ ਮੈਨੂੰ ਬੜਾ ਰਿਲੀਫ ਮਿਲਿਆ। ਇਹ ਯੂਜ਼ ਕਰੋ ਅਤੇ ਮੈਂ ਪ੍ਰੈਕਟੀਕਲ ਯੂਜ਼ ਕਰ ਰਿਹਾ। ਇੱਕ ਵਾਰ ਜ਼ਰੂਰ ਮਿਲੋ, ਸੰਪਰਕ ਕਰੋ ਵਿਸ਼ਵਨਾਥ ਤਾਂਤਰਿਕ। ਤੁਸੀਂ ਸੰਪਰਕ ਕਰ ਸਕਦੇ ਹੋ 90244 70842।